Good morning students, once again welcome to my YouTube channel. Today we are continues with the topic of basic concepts part 3rd of subject social studies, economic part, class 10th. It's two parts we are uploading from before, and which students has been coming first time on my YouTube channel, so subscribe my channel, just do it for a bright future. And I may also thanks to my all viewers and subscriber which has been helping to me to achieve the 1000 subscriber. Thanks a lot for watching my videos. And now I will start from this session. Just do it for a bright future. This is channel which has been achieving 1000 subscriber with the help of you, so I will thanks to all my viewers. Now I will start from this session. The first question is, define the investment. What are the elements determining the investment? Investment ਕੀ ਹੁੰਦੀ ਹੈ, ਨਿਵੇਸ਼ ਕੀ ਹੁੰਦਾ ਵਾ, ਨਿਵੇਸ਼ ਨੂੰ ਕਿਹੜੇ ਐਲੀਮੈਂਟਸ ਜਿਹੜੇ ਨੇ ਉਹ ਹੈਲਪ ਕਰਦੇ ਆ ਉਹਨੂੰ ਡਿਟਰਮਿਨ ਕਰਨ ਦੇ ਵਿੱਚ। ਦੇਖੋ, investment is the economic signification nothing but addition of to the capital. It is defined as to the surplus of the total production over the total consumption. ਵੀ ਜਿਹੜੀ ਇਨਵੈਸਟਮੈਂਟ ਹੁੰਦੀ ਆ ਉਹ ਕੀ ਹੁੰਦੀ ਆ, ਵੀ ਸਾਡੀ ਜਿਹੜੀ ਕੈਪੀਟਲ ਜਿਹੜਾ ਪੈਸਾ ਲਾਇਆ ਹੁੰਦਾ ਵਾ ਉਹਦੇ ਵਿੱਚ ਵਾਧਾ ਹੋਣ ਨੂੰ ਅਸੀਂ ਕਹਿੰਦੇ ਇਨਵੈਸਟਮੈਂਟ ਕਹਿ ਦਿੰਦੇ ਹਾਂ। ਅਤੇ ਸਾਡਾ ਇੱਕ ਤਰ੍ਹਾਂ ਦਾ ਕੀ ਹੁੰਦਾ ਵਾ, ਪ੍ਰੋਫਿਟ ਹੁੰਦਾ ਵਾ। ਸਰਪਲਸ ਦਾ ਮਤਲਬ ਪ੍ਰੋਫਿਟ, ਵੀ ਇੱਕ ਤਰ੍ਹਾਂ ਦਾ ਪ੍ਰੋਫਿਟ ਹੁੰਦਾ ਵਾ ਜਿਹੜਾ ਸਾਡਾ ਟੋਟਲ ਪ੍ਰੋਡਕਸ਼ਨ ਦੇ ਉੱਪਰ ਟੋਟਲ ਕੰਜ਼ੰਪਸ਼ਨ ਰੱਖ ਕੇ ਕਰਦੇ ਹਾਂ। ਇਨਵੈਸਟਮੈਂਟ ਇਜ਼ ਅ ਨੈਸੈਸਰੀ ਫॉर ਇਨਕਰੀਜ਼ ਦੀ ਪ੍ਰੋਡਕਸ਼ਨ ਕਪੈਸਿਟੀ ਇਨ ਦੀ ਇਕੋਨਮੀ। ਜੀ ਜੇਕਰ ਇਨਵੈਸਟਮੈਂਟ ਕਰਦੇ ਹਾਂ ਤਾਂ ਇਹਦੇ ਨਾਲ ਕੀ ਹੁੰਦਾ, ਸਾਡੀ ਇਕੋਨਮੀ ਦੇ ਵਿੱਚ ਜਿਹੜੀ ਸਾਡੀ ਪ੍ਰੋਡਕਸ਼ਨ ਕਪੈਸਿਟੀ ਹੈ, ਜਾਣੀ ਕਿ ਚੀਜ਼ਾਂ ਬਣਾਉਣ ਦੀ ਕਪੈਸਿਟੀ ਉਹ ਵੱਧ ਜਾਂਦੀ ਹੈ। ਅਕੋਰਡਿੰਗ ਟੂ ਦੀ ਮਿਸਟਰ ਜੌਨਸ ਰੋਬਿਨਸਨ, by the investment is a meant and the additional to the capital such as to the occurs when a new house is built or a new factory is built। ਕਹਿੰਦੇ ਵੀ ਜਿਹੜੇ ਰੋਬਿਨਸਨ ਨੇ ਮਿਸਿਸ ਉਹ ਦੱਸਦੇ ਆ, ਕਹਿੰਦੇ ਵੀ ਜਿਹੜੀ ਇਨਵੈਸਟਮੈਂਟ ਹੁੰਦੀ ਆ ਉਹ ਕਹਿੰਦੇ ਐਡੀਸ਼ਨਲ ਕੈਪੀਟਲ, ਜ਼ਿਆਦਾ ਪੈਸਾ ਲਾਉਣਾ ਹੁੰਦਾ ਵਾ ਜਿਹਦੇ ਨਾਲ ਅਸੀਂ ਨਵਾਂ ਘਰ ਬਣਾ ਸਕੀਏ ਜਾਂ ਨਵੀਂ ਬਿਲਡਿੰਗ ਬਣਾ ਸਕੀਏ। The investment means to the taking additions to the stock of to the goods is existence। ਕਹਿੰਦੇ ਵੀ ਇਨਵੈਸਟਮੈਂਟ ਕੀ ਹੁੰਦੀ ਆ, ਵੀ ਅਸੀਂ ਆਪਣੇ ਜਿਹੜਾ ਸਟਾਕ ਬਣਾਇਆ ਹੋਇਆ ਉਹਦੀ ਗੁੱਡਸ ਦੇ ਵਿੱਚ ਹੋਰ ਜ਼ਿਆਦਾ ਐਗਜ਼ਿਸਟੈਂਸ ਜਾਣੀ ਕਿ ਹੋਰ ਵਧਾਵਾ ਕਰ ਸਕੀਏ ਤਾਂ ਉਹਨੂੰ ਇਨਵੈਸਟਮੈਂਟ ਕਿਹਾ ਜਾਂਦਾ ਵਾ। ਡਿਟਰਮੀਨੈਂਟਸ ਆਫ ਟੂ ਦੀ ਇਨਵੈਸਟਮੈਂਟ ਇਜ਼ ਮਾਈਨਲੀ ਡਿਪੈਂਡਿੰਗ ਅਪੋਨ ਟੂ ਦੀ 2 ਫੈਕਟਰਸ। ਵੀ ਜਿਹੜੀ ਇਨਵੈਸਟਮੈਂਟ ਆ ਉਹ 2 ਫੈਕਟਰ ਦੇ ਉੱਤੇ ਡਿਪੈਂਡ ਕਰਦੀ ਆ। ਪਹਿਲਾ ਹੈਗਾ ਐਕਸਪੈਕਟਿੰਗ ਰੇਟ ਆਫ ਪ੍ਰੋਫਿਟੇਬਿਲਿਟੀ ਔਰ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ। ਇਹਦਾ ਮਤਲਬ ਹੁੰਦਾ ਵੀ ਜਿਹੜਾ ਸਾਡਾ ਪ੍ਰੋਫਿਟ ਆ ਉਹ ਕਿੰਨਾ ਵਾ ਜਾਂ ਉਹਦੇ ਵਿੱਚੋਂ ਸਾਨੂੰ ਕਿੰਨਾ ਪ੍ਰੋਫਿਟ ਮਿਲੂਗਾ ਉਹਦੀ ਪਰਸੈਂਟੇਜ ਨੂੰ ਜਾਂ ਮਾਰਜਨਲ ਐਫੀਸ਼ੀਐਂਸੀ ਦੁਆਰਾ। ਅਤੇ ਦੂਜਾ ਹੈਗਾ ਰੇਟ ਆਫ ਇੰਟਰਸਟ ਔਰ ਕਾਸਟ ਆਫ ਇਨਵੈਸਟਮੈਂਟ, ਵੀ ਕਿੰਨਾ ਸਾਨੂੰ ਉਹਦੇ ਉੱਤੇ ਰੇਟ ਆਫ ਇੰਟਰਸਟ ਮਿਲਦਾ ਵਾ। ਜਿਵੇਂ ਅਸੀਂ ਕੋਈ ਵੀ ਚੀਜ਼ ਜਿਵੇਂ ਪੈਸਾ ਜਮ੍ਹਾਂ ਕਰਾਉਂਦੇ ਬੈਂਕ ਕੋਲ ਤਾਂ ਇੱਕ ਇੰਟਰਸਟ ਮਿਲਦਾ, ਤਾਂ ਉਵੇਂ ਇਹਦੇ ਵਿੱਚ ਵੀ ਇੰਟਰਸਟ ਮਿਲਦਾ ਹੁੰਦਾ, ਤਾਂ ਉਹਦੇ ਅਕੋਰਡਿੰਗ ਜੱਜ ਕੀਤਾ ਜਾਂਦਾ। ਅ ਰੈਸ਼ਨਲ ਬਿਜ਼ਨਸਮੈਨ will be a invest only if the marginal efficiency of capital is more than the rate of interest। ਵੀ ਜਦੋਂ ਰੇਟ ਆਫ ਇੰਟਰਸਟ ਤੋਂ ਜ਼ਿਆਦਾ ਹੁੰਦਾ ਵਾ ਪ੍ਰੋਫਿਟ ਦਾ ਰੇਟ ਤਾਂ ਉਹ ਬੰਦਾ ਉੱਥੇ ਬਿਜ਼ਨਸਮੈਨ ਇਨਵੈਸਟ ਕਰਦੇ, ਅਦਰਵਾਈਜ਼ ਉਹ ਇਨਵੈਸਟ ਨਹੀਂ ਕਰਦੇ। ਇਫ ਦੀ ਰੇਟ ਆਫ ਇੰਟਰਸਟ ਸੀਮ ਟੂ ਬੀ ਗ੍ਰੇਟਰ ਦੈਨ ਟੂ ਦੀ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਇਜ਼ ਨੋ ਇੰਡਿਊਸ ਟੂ ਦੀ ਇਨਵੈਸਟਮੈਂਟ। ਵੀ ਜੇਕਰ ਰੇਟ ਆਫ ਇੰਟਰਸਟ ਜ਼ਿਆਦਾ ਹੋ ਜਾਵੇ ਪ੍ਰੋਫਿਟੇਬਿਲਿਟੀ ਰੇਟ ਤੋਂ, ਤਾਂ ਜਿਹੜੇ ਬਿਜ਼ਨਸਮੈਨ ਨੇ ਉਹ ਕੀ ਆ, ਪੈਸਾ ਇਨਵੈਸਟ ਨਹੀਂ ਕਰਦੇ ਅਤੇ ਉਹ ਕੀ ਕਰਦੇ ਆ, ਸੇਵ ਕਰ ਲੈਂਦੇ ਆ ਜਾਂ ਉਹਨੂੰ ਕੀ ਕਰਦੇ ਆ, ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਆ। 6th ਕੁਐਸਚਨ ਹੈ, ਵਟ ਇਜ਼ ਮੈਂਟ ਬਾਈ ਦੀ ਕੈਪੀਟਲ ਫਾਰਮੇਸ਼ਨ। ਵਟ ਇਜ਼ ਦੀ ਡਿਫਰੈਂਸ ਬਿਟਵੀਨ ਟੂ ਦੀ ਗ੍ਰੋਸ ਕੈਪੀਟਲ ਫਾਰਮੇਸ਼ਨ ਐਂਡ ਨੈਟ ਕੈਪੀਟਲ ਫਾਰਮੇਸ਼ਨ। ਕਹਿੰਦੇ ਕੈਪੀਟਲ ਫਾਰਮੇਸ਼ਨ ਕੀ ਹੁੰਦੀ ਹੈ, ਕੈਪੀਟਲ ਫਾਰਮੇਸ਼ਨ ਦਾ ਮਤਲਬ ਵੀ ਕਿੰਨਾ ਪੂੰਜੀ ਦਾ ਨਿਰਮਾਣ ਕਰਨਾ, ਪੂੰਜੀ ਨਿਰਮਾਣ ਕਿਹਾ ਜਾਂਦਾ ਵਾ। ਅਤੇ ਇਹਦੇ ਵਿੱਚ ਕੀ ਡਿਫਰੈਂਸ ਆ ਗ੍ਰੋਸ ਕੈਪੀਟਲ ਫਾਰਮੇਸ਼ਨ ਅਤੇ ਨੈਟ ਕੈਪੀਟਲ ਫਾਰਮੇਸ਼ਨ ਦੇ ਵਿੱਚ। ਆਂਸਰ ਹੈ, in the economic term that the part of the income by the which more production is possible than before is called to the capital formation। in the other words the addition of to the capital stock is called capital formation। capital formation ਕੀ ਹੁੰਦਾ, ਉਹ ਪ੍ਰੋਫਿਟ ਦਾ ਭਾਗ ਆ ਜਿਹਦੇ ਵਿੱਚ ਅਸੀਂ ਮੋਰ ਪ੍ਰੋਡਕਸ਼ਨ ਕਰਦੇ ਹਾਂ ਅਤੇ ਇਹਦੇ ਨਾਲ ਅਸੀਂ ਕੀ ਆਪਣੀ ਜਿਹੜੇ ਪੈਸੇ ਨੇ ਜਾਂ ਜਿਹੜੀ ਕੈਪੀਟਲ ਆ ਉਹਨੂੰ ਨਿਵੇਸ਼ ਨੂੰ ਸਹੀ ਕਰ ਸਕਦੇ ਹਾਂ। ਕਹਿੰਦੇ ਇਸ ਤਰੀਕੇ ਨਾਲ ਜਿਹੜਾ ਸਟਾਕ ਆ ਉਹਨੂੰ ਅਸੀਂ ਕਹਿੰਦੇ ਕੈਪੀਟਲ ਫਾਰਮੇਸ਼ਨ ਕਿਹਾ ਜਾਂਦਾ, ਤਾਂ ਇਹਦੇ ਨਾਲ ਸਾਡਾ ਸਟਾਕ ਵੱਧ ਜਾਂਦਾ ਵਾ। ਗ੍ਰੋਸ ਕੈਪੀਟਲ ਫਾਰਮੇਸ਼ਨ ਕੀ ਹੁੰਦੀ ਹੈ, ਗ੍ਰੋਸ ਕੈਪੀਟਲ ਫਾਰਮੇਸ਼ਨ ਇਜ਼ ਸਿਗਨੀਫਾਈਂਗ ਗ੍ਰੋਸ ਇਨਵੈਸਟਮੈਂਟ ਵਿਚ ਇਨਕਲੂਡਸ ਵਿਦਿਨ ਦੀ ਇਟਸੈਲਫ ਨੈਟ ਇਨਵੈਸਟਮੈਂਟ ਐਂਡ ਅ ਡੈਪਰੀਸ਼ੀਏਸ਼ਨ। ਇਹਦੇ ਵਿੱਚ ਕੀ ਹੁੰਦਾ ਵਾ, ਗ੍ਰੋਸ ਦੇ ਵਿੱਚ ਜਿਹੜੀ ਤੁਸੀਂ ਪੈਸਾ ਅਸਲ ਦੇ ਵਿੱਚ ਲਾਇਆ ਹੁੰਦਾ ਵਾ ਅਤੇ ਉਹਦੇ ਵਿੱਚ ਡੈਪਰੀਸ਼ੀਏਸ਼ਨ ਐਡ ਕਰ ਲਓ ਤਾਂ ਤੁਹਾਡੀ ਗ੍ਰੋਸ ਕੈਪੀਟਲ ਫਾਰਮੇਸ਼ਨ ਆ ਜਾਂਦੀ ਹੈ। ਨੈਕਸਟ ਹੈਗਾ ਵਾ ਨੈਟ ਕੈਪੀਟਲ ਫਾਰਮੇਸ਼ਨ ਕੀ ਹੁੰਦੀ ਹੈ, ਨੈਟ ਕੈਪੀਟਲ ਫਾਰਮੇਸ਼ਨ ਸਿਗਨੀਫਾਈਂਗ ਦੀ ਨਥਿੰਗ ਬਟ ਨੈਟ ਕੈਪੀਟਲ ਨੈਟ ਇਨਵੈਸਟਮੈਂਟ ਇਹਦੇ ਵਿੱਚ ਕੀ ਹੁੰਦਾ ਵਾ, ਵੀ ਜੇਕਰ ਤੁਸੀਂ ਨੈਟ ਫਾਰਮੇਸ਼ਨ ਕੱਢਣੀ ਆ ਤਾਂ ਉਹਦਾ ਇੱਕ ਫਾਰਮੂਲਾ ਦਿੱਤਾ ਹੈ। ਦੇਖੋ, ਜੇਕਰ ਤੁਹਾਨੂੰ ਗ੍ਰੋਸ ਇਨਵੈਸਟਮੈਂਟ ਪਤਾ ਵਾ ਉਹਦੇ ਵਿੱਚ ਡੈਪਰੀਸ਼ੀਏਸ਼ਨ ਨੂੰ ਕੀ ਕਰ ਦਿਓ, ਮਾਈਨਸ ਕਰ ਦਿਓ, ਤਾਂ ਜਿਹੜੀ ਤੁਹਾਡੀ ਆ ਜਾਏਗੀ ਉਹ ਕੀ ਆਏਗੀ, ਕੈਪੀਟਲ ਫਾਰਮੇਸ਼ਨ। ਇੱਥੇ ਇੱਕ ਸਾਈਨ ਰਹਿ ਗਿਆ ਵਾ, ਕੈਪੀਟਲ ਫਾਰਮੇਸ਼ਨ ਤੋਂ ਬਾਅਦ ਤੁਸੀਂ ਮਾਈਨਸ ਦਾ ਸਾਈਨ ਪਾ ਲਿਓ, ਮਾਈਨਸ ਡੈਪਰੀਸ਼ੀਏਸ਼ਨ, ਅਤੇ ਇਹ ਸਾਡੀ ਕੀ ਬਣ ਜਾਂਦੀ ਹੈ, ਕੈਪੀਟਲ ਫਾਰਮੇਸ਼ਨ ਬਣ ਜਾਂਦੀ ਹੈ। ਨੈਕਸਟ ਹੈਗਾ ਵਾ
ਐਜ਼ ਦੀ ਮੈਟਰ ਆਫ ਫੈਕਟ ਦੀ ਕੈਪੀਟਲ ਫਾਰਮੇਸ਼ਨ ਮੀਨਸ ਟੂ ਦੀ ਇਨਕਰੀਜ਼ ਇਨ ਅ ਨੈਟ ਇਨਵੈਸਟਮੈਂਟ। ਕੈਪੀਟਲ ਫਾਰਮੇਸ਼ਨ ਦਾ ਮਤਲਬ ਕੀ ਹੁੰਦਾ ਵੀ ਜਿਹੜੀ ਸਾਡਾ ਪੈਸਾ ਲਾਇਆ ਹੋਇਆ ਇਨਵੈਸਟਮੈਂਟ ਲਾਈ ਹੋਈ ਆ ਉਹ ਕੀ ਆ ਉਹਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਜਾਣਾ। ਨੈਕਸਟ ਹੈ 7th ਕੁਐਸਚਨ, ਡਿਫਾਈਨ ਟੂ ਦੀ ਡਿਸਟਿੰਗੁਇਸ਼ਿੰਗ ਅਨਇੰਪਲੋਇਮੈਂਟ ਐਕਸਪਲੇਨ ਵਿਦ ਦੀ ਹੈਲਪ ਆਫ ਦੀ ਐਨ ਐਗਜ਼ਾਮਪਲ। ਵੀ ਡਿਸਟਿੰਗੁਇਸ਼ਿੰਗ ਛੁਪੀ ਹੋਈ ਬੇਰੁਜ਼ਗਾਰੀ ਕੀ ਹੁੰਦੀ ਆ ਤੇ ਉਹ ਤੁਸੀਂ ਐਗਜ਼ਾਮਪਲ ਦੇ ਥਰੂ ਐਕਸਪਲੇਨ ਕਰਨੀ ਆ। ਦੇਖੋ, ਡਿਸਟਿੰਗੁਇਸ਼ਿੰਗ ਅਨਇੰਪਲੋਇਮੈਂਟ ਇਜ਼ ਦੈਟ ਸਿਚੁਏਸ਼ਨ ਵੈਨ ਦੀ ਮੋਰ ਨੰਬਰ ਆਫ ਲੇਬਰਸ ਆਰ ਇਨ ਦੀ ਵਰਕ ਦੈਨ ਦੀ ਐਕਚੁਅਲ ਰਿਕੁਆਇਰਮੈਂਟ ਆਫ ਇਟਸ। ਵੀ ਜਿਹੜੀਆਂ ਸਾਡੀਆਂ ਐਕਚੁਅਲ ਰਿਕੁਆਇਰਮੈਂਟ, ਮੰਨ ਲਓ ਵੀ ਇੱਕ ਜਗ੍ਹਾ ਕੰਮ ਕਰਨ ਦੇ ਲਈ 10 ਬੰਦਿਆਂ ਦੀ ਲੋੜ ਆ ਅਤੇ ਉਹਦੇ ਵਿੱਚੋਂ ਅਸੀਂ ਕੀ ਆ 20 ਬੰਦੇ ਲਾਏ ਹੋਏ ਨੇ ਉਹੀ ਕੰਮ ਕਰਨ ਨੂੰ, ਤਾਂ ਇਹ ਕੀ ਹੁੰਦੀ ਆ ਛੁਪੀ ਹੋਈ ਬੇਰੁਜ਼ਗਾਰੀ ਜਾਂ ਡਿਸਟਿੰਗੁਇਸ਼ਿੰਗ ਅਨਇੰਪਲੋਇਮੈਂਟ ਕਿਹਾ ਜਾਂਦਾ ਵਾ। ਦਿਸ ਕੈਨ ਬੀ ਐਕਸਪਲੇਨ ਵਿਦ ਦੀ ਹੈਲਪ ਆਫ ਐਗਜ਼ਾਮਪਲ। ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਉਹਦੀ ਹੈਲਪ ਨਾਲ ਸਮਝਦੇ ਹਾਂ। ਦੇਖੋ, ਸਪੋਜ਼ ਐਨੀ ਫੈਮਿਲੀ ਹੈਵ ਟੂ ਦੀ ਫਾਰਮ ਆਫ ਦੀ 3 ਏਕੜ। ਉਹਦੇ ਕੋਲ 3 ਏਕੜ ਆ, ਕਿਸੇ ਵੀ ਘਰ ਦੇ ਕੋਲ ਫਾਰਮਿੰਗ ਕਰਨ ਦੇ ਲਈ ਜ਼ਮੀਨ ਆ ਉਹਦੇ ਕੋਲ 3 ਏਕੜ। ਦੀ 3 ਮੈਂਬਰਸ of that family can be a work efficiently in this farm with the existence of the method of cultivation। ਵੀ ਜਿਹੜਾ ਉਹਦੇ ਫੈਮਿਲੀ ਦੇ ਵਿੱਚ ਜਿਹੜੇ 3 ਬੰਦੇ ਨੇ ਜੇਕਰ ਵਧੀਆ ਢੰਗ ਨਾਲ ਕੰਮ ਕਰਦੇ ਆ ਤਾਂ ਉਹ 3 ਜਣੇ ਵਧੀਆ ਨੇ ਜਿਹੜੇ ਕਿ ਇਸ ਖੇਤੀ ਨੂੰ ਢੰਗ ਨਾਲ ਕਰ ਸਕਦੇ ਆ ਜਿਹੜੇ ਵਧੀਆ ਵੇ ਨਾਲ। ਬਟ ਇਫ ਦੀ ਫੈਮਿਲੀ ਮੈਂਬਰ ਹੈਵ 6 ਐਂਡ ਡਿਊ ਟੂ ਦੀ ਸ਼ਾਰਟੇਜ ਆਫ employment opportunity in the other field, so all the 6 workers are employed in the firm, then it is said that out of 6 only 3 ਵਰਕਰਸ ਆਰ ਐਕਚੁਅਲੀ ਡਿਸਟਿੰਗੁਇਸ਼ਿੰਗ ਅਨਇੰਪਲੋਇਡ। ਵੀ ਇਹਦੇ ਵਿੱਚ ਦੱਸਿਆ ਗਿਆ ਵੀ ਦੇਖ ਮੰਨੋ ਵੀ ਉਹਦੇ ਵਿੱਚ 6 ਬੰਦੇ ਜਿਹੜੇ ਨੇ ਉਹਨਾਂ ਦੀ ਫੈਮਿਲੀ ਦੇ ਵਿਹਲੇ ਪਏ ਨੇ ਕਿਉਂਕਿ ਉਹਨਾਂ ਨੂੰ ਹੋਰ ਕਿਸੇ ਵੀ ਜਗ੍ਹਾ ਦੇ ਉੱਤੇ ਰੁਜ਼ਗਾਰ ਨਹੀਂ ਮਿਲਿਆ, ਤਾਂ ਉਹ 6 ਦੇ 6 ਬੰਦੇ ਉਸੇ ਫੀਲਡ ਦੇ ਵਿੱਚ ਕੰਮ ਕਰਦੇ ਆ। ਤਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ 6 ਬੰਦੇ ਕੰਮ ਕਰ ਰਹੇ ਨੇ ਉਹਦੇ ਵਿੱਚ ਜਿਹੜੇ 3 ਬੰਦੇ ਨੇ ਉਹ ਕੀ ਨੇ ਐਕਚੁਅਲੀ ਡਿਸਟਿੰਗੁਇਸ਼ਿੰਗ ਅਨਇੰਪਲੋਇਮੈਂਟ ਆ, ਛੁਪੀ ਹੋਈ ਬੇਰੁਜ਼ਗਾਰੀ ਹੈ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਕਰਕੇ ਉਹ ਇਸੇ ਫੀਲਡ ਦੇ ਵਿੱਚ ਵਰਕ ਕਰਦੇ ਆ। ਨੈਕਸਟ ਹੈ ਸਾਡੇ ਕੋਲ, what is meant by the full employment, what is the meaning of to the structural unemployment and technical unemployment। ਵੀ full employment situation ਕੀ ਆ, ਪੂਰਨ ਰੁਜ਼ਗਾਰ ਕੀ ਆ, ਇਹਦਾ ਮੀਨਿੰਗ ਕੀ ਆ, structural unemployment ਤੇ technical unemployment ਦਾ ਕੀ ਮਤਲਬ ਆ। ਦੇਖੋ, full employment signifies to the situation which all of these are willing to the work at the current wage rate is able to get work। in the other words, the full employment is means the absence of to the involuntary ਅਨਇੰਪਲੋਇਮੈਂਟ। ਫੁੱਲ ਇੰਪਲੋਇਮੈਂਟ ਸਿਚੁਏਸ਼ਨ ਉਹ ਸਿਚੁਏਸ਼ਨ ਹੁੰਦੀ ਹੈ ਜਿਹਦੇ ਵਿੱਚ ਬੰਦਾ ਕੀ ਆ ਉਹ ਕੰਮ ਕਰਨ ਲਈ ਰਾਜੀ ਹੁੰਦਾ ਜਿੰਨਾ ਉਹਨੂੰ ਪੈਸੇ ਮਿਲਦੇ ਹੁੰਦੇ ਆ ਅਤੇ ਉਹ ਸਾਰਾ ਕੰਮ ਉਹਨੂੰ ਮਿਲ ਜਾਵੇ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਫੁੱਲ ਇੰਪਲੋਇਮੈਂਟ ਸਿਚੁਏਸ਼ਨ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ ਵਾ ਵੀ ਬੰਦਾ ਇਹ ਨਹੀਂ ਚਾਹੁੰਦਾ ਵੀ ਉਹਦੀ ਇੱਛਾ ਨਹੀਂ ਹੁੰਦੀ ਵੀ ਉਹ ਕੀ ਆ ਬੇਰੁਜ਼ਗਾਰ ਰਹੇ। ਦੇਖੋ, ਹੁਣ ਇਹਦੇ ਵਿੱਚ 2 ਤਰ੍ਹਾਂ ਦੀ ਅਨਇੰਪਲੋਇਮੈਂਟ ਦਿਖਾਈਆਂ ਗਈਆਂ ਨੇ। ਸਟਰਕਚਰਲ ਅਨਇੰਪਲੋਇਮੈਂਟ, ਦੀ ਅਨਇੰਪਲੋਇਮੈਂਟ ਵਿਚ ਇਜ਼ ਰਾਈਜ਼ ਡਿਊ ਟੂ ਦੀ ਸਟਰਕਚਰਲ ਚੇਂਜ ਆਫ ਟੂ ਦੀ ਇਕੋਨਮੀ, ਇਟ ਇਜ਼ ਕਾਲਡ ਟੂ ਦੀ ਅਨਇੰਪਲੋਇਮੈਂਟ। ਸਟਰਕਚਰਲ ਅਨਇੰਪਲੋਇਮੈਂਟ ਵੀ ਜਿਹੜਾ ਉਹਦਾ ਜਿਹੜੀ ਇਕੋਨਮੀ ਦਾ ਬੇਸ ਸੀਗਾ ਜਾਂ ਉਸ ਕੰਟਰੀ ਦਾ ਬੇਸ ਸੀਗਾ ਉਹ ਕੀ ਹੈ ਬਿਲਕੁਲ ਚੇਂਜ ਹੋ ਚੁੱਕਿਆ। ਮੰਨ ਲਓ ਵੀ ਪਹਿਲਾਂ ਉਹ ਲੇਬਰ ਇੰਟੈਂਸਿਵ ਜਿਹੜੀ ਕੰਟਰੀ ਸੀਗੀ ਵੀ ਉਹਦੇ ਵਿੱਚ ਲੇਬਰ ਨੂੰ ਜ਼ਿਆਦਾ ਵਰਕ ਦਿੱਤਾ ਜਾਂਦਾ ਸੀ, ਹੌਲੀ ਹੌਲੀ ਉੱਥੇ ਕੀ ਹੋਇਆ ਮਸ਼ੀਨ ਨੇ ਯੁੱਗ ਲੈ ਲਿਆ ਤਾਂ ਇਹ ਕੀ ਹੋਗਾ ਸਟਰਕਚਰਲ ਚੇਂਜ ਹੋ ਗਿਆ। ਹੁਣ ਉੱਥੇ ਕੀ ਆ ਲੇਬਰ ਘੱਟ ਅਤੇ ਮਸ਼ੀਨ ਦੀ ਜ਼ਿਆਦਾ ਜ਼ਰੂਰਤ ਪੈਣ ਲੱਗ ਗਈ ਤਾਂ ਇਸ ਦੇ ਨਾਲ ਕੀ ਆ ਅਨਇੰਪਲੋਇਮੈਂਟ ਰਾਈਜ਼ ਹੋ ਗਈ ਤਾਂ ਉਹਨੂੰ ਸਟਰਕਚਰਲ ਕਿਹਾ ਜਾਂਦਾ। ਨੈਕਸਟ ਹੈਗਾ ਟੈਕਨੀਕਲ ਅਨਇੰਪਲੋਇਮੈਂਟ, ਦੀ ਅਨਇੰਪਲੋਇਮੈਂਟ ਵਿਚ ਇਜ਼ ਰਾਈਜ਼ ਡਿਊ ਟੂ ਦੀ ਚੇਂਜ ਆਫ ਟੂ ਦੀ ਟੈਕਨੀਕਸ ਆਫ ਪ੍ਰੋਡਕਸ਼ਨ ਇਜ਼ ਨੋਨ ਐਜ਼ ਟੂ ਦੀ ਟੈਕਨੀਕਲ ਅਨਇੰਪਲੋਇਮੈਂਟ। ਟੈਕਨੀਕਲ ਅਨਇੰਪਲੋਇਮੈਂਟ ਉਹ ਅਨਇੰਪਲੋਇਮੈਂਟ ਹੁੰਦੀ ਆ ਜਿਹਦੇ ਵਿੱਚ ਕੀ ਆ ਸਾਡੇ ਕਿਸੇ ਟੈਕਨੀਕਲ ਫੈਕਟਰ ਦੇ ਕਰਕੇ, ਜਿਵੇਂ ਮੰਨ ਲਓ ਵੀ ਇੱਕ ਪਰਸਨ ਕੀ ਸੀਗੇ ਵੀ ਉਹ ਹੈਂਡ ਰਿਟਨ ਵਰਕ ਜ਼ਿਆਦਾ ਕਰਦੇ ਸੀ ਬਟ ਹੁਣ ਕੀ ਆ ਟੈਕਨੋਲੋਜੀ ਦਾ ਜ਼ਮਾਨਾ ਵਾ ਤਾਂ ਡਿਜੀਟਲ ਵਰਕ ਕਰਨ ਵਾਲਿਆਂ ਦੀ ਜ਼ਿਆਦਾ ਲੋੜ ਪੈਂਦੀ ਆ ਤਾਂ ਉਹ ਬੰਦਿਆਂ ਨੂੰ ਕੀ ਕੀਤਾ ਜਾਊਗਾ ਅਨਇੰਪਲੋਇਡ ਕਰ ਦਿੱਤਾ ਜਾਊਗਾ ਜਿਨ੍ਹਾਂ ਨੂੰ ਟੈਕਨੋਲੋਜੀ ਨਾਲ ਚੇਂਜ ਨਹੀਂ ਹੋ ਸਕਦੇ। ਤਾਂ ਇਹ ਸੀਗੇ ਟੈਕਨੀਕਲ ਅਨਇੰਪਲੋਇਮੈਂਟ। ਨੈਕਸਟ ਹੈਗਾ ਵਟ ਡੂ ਯੂ ਮੈਂਟ ਬਾਈ ਇਨਫਲੇਸ਼ਨ, ਐਕਸਪਲੇਨ ਇਟ। ਵੀ ਜਿਹੜੀ ਉਹ ਆ ਇਨਫਲੇਸ਼ਨ ਆ ਕੀਮਤਾਂ ਵਿੱਚ ਵਾਧਾ ਉਹ ਕੀ ਆ ਉਹਨੂੰ ਐਕਸਪਲੇਨ ਕਰਨਾ ਤੁਸੀਂ। ਇੰਡੀਆ ਇਕਨੋਮਿਕਸ ਦੀ ਕੌਂਸਟੈਂਟ ਰਾਈਜ਼ ਇਨ ਟੂ ਦੀ ਪ੍ਰਾਈਜ਼ ਇਜ਼ ਕਾਲਡ ਟੂ ਦੀ ਇਨਫਲੇਸ਼ਨ। in the word of to the Spiros, the inflation is continuously and extremely rising to the general price level। ਵੀ ਜਿਹੜਾ ਕੀਮਤਾਂ ਦੇ ਵਿੱਚ ਕੌਂਸਟੈਂਟਲੀ ਵਾਧਾ ਹੋਵੇ, ਜਿਵੇਂ ਕਿ ਪਹਿਲਾਂ ਇੱਕ ਕਿਸੇ ਚੀਜ਼ ਦਾ ਪ੍ਰਾਈਸ 10 ਰੁਪਏ ਸੀ, ਹੌਲੀ ਹੌਲੀ ਉਹਦਾ ਪ੍ਰਾਈਸ 50 ਜਾਂ 100 ਰੁਪਏ ਹੋ ਗਿਆ। ਜਿਵੇਂ ਫੋਰ ਐਗਜ਼ਾਮਪਲ ਇਸ ਵਾਰ ਕੋਵਿਡ-19 ਕਰਕੇ ਵੀ ਜਿਹੜਾ ਸੈਨੀਟਾਈਜ਼ਰ ਸੀਗਾ ਜਿਹੜਾ ਫਸਟ ਜਿਹੜਾ ਅਸੀਂ ਯੂਜ਼ ਵੀ ਨਹੀਂ ਕਰਦੇ ਹੁੰਦੇ ਸੀ ਅੱਜ ਤੋਂ ਸਾਲ ਪਹਿਲਾਂ, ਤਾਂ ਉਹਦਾ ਪ੍ਰਾਈਸ ਜਿਹੜਾ ਸੀ ਉਹ ਮੰਨ ਲਓ 50 ਰੁਪਏ ਸੀ ਪਰ ਜਦੋਂ ਆਹ ਲੋਕਡਾਊਨ ਹੋਇਆ ਤਾਂ ਉਹਦਾ ਪ੍ਰਾਈਸ ਉਹੀ 150 ਜਾਂ 200 ਰੁਪਏ ਹੋ ਗਿਆ। ਲੋਕਾਂ ਨੇ ਵੱਧ ਰੇਟ ਦੇ ਉੱਤੇ ਵੇਚਿਆ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇਨਫਲੇਸ਼ਨ। ਦੇਖੋ, ਇਹਦੇ ਅਕੋਰਡਿੰਗ ਇੱਕ ਹੋਰ ਡੈਫੀਨੇਸ਼ਨ ਹੈਗੀ ਆ ਜਿਹੜੀ ਕਿ ਕਰਾਉਥਰ ਨੇ ਦਿੱਤੀ ਆ। ਦੀ ਇਨਫਲੇਸ਼ਨ ਇਜ਼ ਦ ਸਟੇਟਸ ਇਨ ਵਿਚ ਦੀ ਵੈਲਿਊ ਆਫ ਟੂ ਦੀ ਵੈਲਿਊ ਆਫ ਦੀ ਮਨੀ ਇਜ਼ ਫੋਲਿੰਗ ਐਂਡ ਪ੍ਰਾਈਜ਼ ਆਰ ਰਾਈਜ਼ਿੰਗ। ਇਹਦੇ ਵਿੱਚ ਇਨਫਲੇਸ਼ਨ ਕਹਿੰਦਾ ਵੀ ਜਿਹੜਾ ਮਨੀ ਦੀ ਵੈਲਿਊ ਆ ਜਾਣੀ ਕਿ ਪੈਸੇ ਦੀ ਵੈਲਿਊ ਉਹ ਘੱਟ ਜਾਏਗੀ ਅਤੇ ਪ੍ਰਾਈਸ ਵੱਧ ਜਾਏਗਾ ਤਾਂ ਉਹਨੂੰ ਅਸੀਂ ਇਨਫਲੇਸ਼ਨ ਕਹਿ ਦਿੰਦੇ ਹਾਂ। From above the definition, it is clear that inflation is a process of continuously rise in price and hence fall into the value of money। ਇਸ ਸਾਰੀਆਂ ਡੈਫੀਨੇਸ਼ਨ ਤੋਂ ਸਾਨੂੰ ਇੱਕ ਚੀਜ਼ ਕਲੀਅਰ ਹੋਈ ਆ ਵੀ ਜਿਹੜੀ ਇਨਫਲੇਸ਼ਨ ਆ ਉਹ ਕੀ ਆ ਕੰਟੀਨਿਊਸਲੀ ਜਿਹੜਾ ਪ੍ਰਾਈਸ ਦੇ ਵਿੱਚ ਲਗਾਤਾਰ ਪ੍ਰਾਈਸਾਂ ਦੇ ਵਿੱਚ ਵਾਧਾ ਹੋਵੇ ਅਤੇ ਮਨੀ ਦੀ ਵੈਲਿਊ ਘਟਦੀ ਜਾਵੇ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇਨਫਲੇਸ਼ਨ ਕਹਿ ਦਿੰਦੇ ਹਾਂ। ਦੇਖੋ ਜੀ,
There are the various cause of inflation, but is the main cause of inflation is excess of to the demand over supply. When the demand of goods for a goods exceed to the supply of goods, the price rises and hence to the money hence the problem of inflation rise। ਤਾਂ ਇਹਦੇ ਵਿੱਚ ਕੀ ਦੱਸਿਆ ਗਿਆ ਵੀ ਇਨਫਲੇਸ਼ਨ ਕੀ ਹੁੰਦਾ, ਇਹਦਾ ਮੇਨ ਕਾਰਨ ਹੈਗਾ ਵਾ ਵੀ ਜਿਹੜੀ ਸਾਡੀ ਡਿਮਾਂਡ ਆ ਉਹ ਸਪਲਾਈ ਦੇ ਨਾਲੋਂ ਕੀ ਆ ਵੱਧ ਜਾਂਦੀ ਆ, ਤਾਂ ਕਰਕੇ ਕੀ ਹੋ ਜਾਂਦਾ ਵੀ ਉਸ ਚੀਜ਼ਾਂ ਦਾ ਰੇਟ ਵਧਣਾ ਸ਼ੁਰੂ ਹੋ ਜਾਂਦਾ, ਤਾਂ ਕਰਕੇ ਪ੍ਰੋਬਲਮ ਕੀਮਤਾਂ ਵਿੱਚ ਵਾਧੇ ਦੀ ਆ ਜਾਂਦੀ ਹੈ। 10th question, what is the meaning of supply of money? Explain the concept of the supply of money given by the RBI। ਵੀ ਜਿਹੜਾ ਸਪਲਾਈ ਮਨੀ ਦੇ ਜਿਹੜੀ ਪੂਰਤੀ ਆ ਉਹਦਾ ਕੀ ਭਾਵ ਹੈ, ਅਤੇ ਇਹਦੇ ਵਿੱਚ ਜਿਹੜੀ ਅਸੀਂ ਕੌਨਸਟੈਂਟਲੀ ਜਿਹੜੀ ਮਨੀ ਸਪਲਾਈ ਆ ਜਿਹੜੀ RBI ਕਰਦੀ ਆ ਉਹਦੇ ਬਾਰੇ ਤੁਸੀਂ ਐਕਸਪਲੇਨ ਕਰਨਾ ਵੀ ਕਿਹੜੇ ਕਨਸੈਪਟ ਯੂਜ਼ ਕਰਦੀ ਹੈ। The generally money supplies means the currency and deposits of to the banks available into the people of the country। The money supply is a stock variable। Stock variable is that variable which is measured at to the point of time। Broadly speaking, there are two consistence of to the money supply। ਮਨੀ ਸਪਲਾਈ ਕੀ ਹੁੰਦੀ ਹੈ, ਕਰੰਸੀ ਦੇ ਵਿੱਚ ਜਿਹੜਾ ਵਾਧਾ ਹੋ ਜਾਂਦਾ ਜਾਂ ਕਰੰਸੀ ਦੀ ਸਪਲਾਈ ਨੂੰ ਵਧਾਉਣਾ, ਜਾਂ ਜਿਹੜੇ ਪੈਸੇ ਬੈਂਕ ਦੇ ਵਿੱਚ ਜਮ੍ਹਾਂ ਨੇ ਲੋਕਾਂ ਦੇ ਉਹ ਕੰਟਰੀ ਦੇ ਆਪਣੇ ਕੋਲ ਰੱਖਣੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਸਪਲਾਈ ਆਫ ਮਨੀ ਕਹਿ ਦਿੰਦੇ ਹਾਂ। ਇਹਦੇ ਵਿੱਚ ਜਿਹੜਾ ਪੀਪਲਸ ਹੁੰਦੇ ਆ ਉਹਨਾਂ ਦਾ ਜਿਹੜਾ ਪੈਸਾ ਵੀ ਬੈਂਕ ਦੇ ਵਿੱਚ ਜਮ੍ਹਾਂ ਹੁੰਦਾ ਉਹ ਵੀ ਇਹਦੇ ਵਿੱਚ ਇਨਕਲੂਡ ਕੀਤਾ ਜਾਂਦਾ, ਅਤੇ ਸਟਾਕ ਵੇਰੀਏਬਲਸ ਹੁੰਦੇ ਆ ਵੀ ਜਿਹੜੇ ਪੈਸੇ ਦੇ ਵਿੱਚ ਵਾਧਾ ਘਾਟਾ ਚੱਲਦਾ ਰਹਿੰਦਾ ਵਾ, ਤਾਂ ਉਹ ਕੀ ਹੈ ਇੱਕ ਪੀਰੀਅਡ ਆਫ ਟਾਈਮ ਦੇ ਨਾਲ ਚੱਲਦਾ ਰਹਿੰਦਾ। ਇਹਦੇ ਵਿੱਚ ਉਹਨਾਂ ਨੇ ਦੋ ਸਟੇਟਮੈਂਟਾਂ ਲਈਆਂ, ਦੇਖੋ ਕਰੰਸੀ ਵਿਚ ਇਜ਼ ਇਨਕਲੂਡ ਵਿਦ ਇਟਸੈਲਫ ਨੋਟਸ ਐਂਡ ਕੋਇਨ। ਇਹਦੇ ਵਿੱਚ ਅਸੀਂ ਉਹ ਕਰੰਸੀ ਲੈਂਦੇ ਹਾਂ ਜਿਹਦੇ ਵਿੱਚ ਸਾਡੀ ਕੰਟਰੀ ਦੇ ਜਿਵੇਂ ਨੋਟਸ ਨੇ, ਜਿਵੇਂ 2500 ਅਤੇ 100 ਦੇ ਨੋਟਸ ਨੇ, ਅਤੇ ਕੋਇਨਸ ਨੇ 1 2 3 4 ਰੁਪਏ ਜਿਹੜੇ ਉਹ ਨੇ ਉਹ ਸਾਰੇ ਇਹਦੇ ਵਿੱਚ ਆਉਂਦੇ ਆ। ਨੈਕਸਟ ਹੈਗਾ ਵਾ ਡਿਮਾਂਡ ਡਿਪੋਜ਼ਿਟ, ਵੀ ਜਿਹੜੇ ਲੋਕਾਂ ਨੇ ਬੈਂਕਾਂ ਦੇ ਵਿੱਚ ਕਮਰਸ਼ੀਅਲ ਬੈਂਕਸ ਦੇ ਵਿੱਚ ਪੈਸਾ ਜਮ੍ਹਾਂ ਕਰਾਇਆ ਵਾ ਤਾਂ ਉਹ ਵੀ ਇਹਦੇ ਵਿੱਚ ਇਨਕਲੂਡ ਕੀਤਾ ਜਾਂਦਾ ਵਾ। ਨੈਕਸਟ ਹੈਗਾ ਵਾ ਜੀ ਰਿਜ਼ਰਵ ਬੈਂਕ ਇਜ਼ ਟੂ ਦੀ ਇੰਪਲੀਜ਼ ਦੀ ਫੋਲੋਇੰਗ ਕਨਸੈਪਟ ਆਫ ਦੀ ਮਨੀ ਸਪਲਾਈ। ਮਨੀ ਸਪਲਾਈ ਦੇ ਉਹ ਹੇਠਲੇ ਜਿਹੜੇ ਕਨਸੈਪਟ ਨੇ ਉਹ ਯੂਜ਼ ਕਰਦੀ ਆ, ਦੇਖੋ ਕਿਹੜੇ ਕਿਹੜੇ ਨੇ। M1 ਕਿਹੜੀ ਆ, ਕਰੰਸੀ ਵਿਦ ਦੀ ਪਬਲਿਕ ਪਲੱਸ ਡਿਮਾਂਡ ਡਿਪੋਜ਼ਿਟ ਪਲੱਸ ਅਦਰ ਡਿਪੋਜ਼ਿਟ ਆਫ ਦੀ RBI। ਵੀ ਜਿਹੜਾ ਲੋਕਾਂ ਕੋਲ ਪੈਸਾ ਪਿਆ ਵਾ ਅਤੇ ਲੋਕ ਜਿਹੜੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਉਹਦੇ ਵਿੱਚ ਉਹ ਹੋਰ ਵੀ ਐਡ ਕਰਨਾ ਜਿਹੜੇ ਅਦਰ ਡਿਪੋਜ਼ਿਟ ਜਿਹੜੇ RBI ਕੋਲ ਕਰਾਏ ਜਾਂਦੇ, ਜਿਵੇਂ ਚੈੱਕ ਕਰਾਏ ਜਾਂਦੇ ਆ, FD ਕਰਾਈਆਂ ਜਾਂਦੇ ਨੇ ਉਹ ਸਾਰੇ। ਨੈਕਸਟ ਹੈਗਾ M2 ਕੀ ਹੋਏਗੀ, M1 ਦੇ ਵਿੱਚ ਪਲੱਸ ਕਰ ਲੈਣਾ ਸੇਵਿੰਗ ਡਿਪੋਜ਼ਿਟ ਵਿਦ ਦੀ ਪੋਸਟ ਆਫਿਸ ਸੇਵਿੰਗ ਬੈਂਕ। ਵੀ ਜਿਹੜਾ ਅਸੀਂ ਪੋਸਟ ਆਫਿਸ ਦੇ ਵਿੱਚ ਇੱਕ ਸੇਵਿੰਗ ਅਕਾਊਂਟ ਖੁੱਲ੍ਹੇ ਹੁੰਦੇ ਆ ਉਹਦੇ ਵਿੱਚ ਜੋ ਪੈਸਾ ਜਮ੍ਹਾਂ ਕਰਾਉਂਦੇ ਆ ਤਾਂ ਉਹਨੂੰ ਐਡ ਕਰ ਲੈਣਾ ਵਾ। ਜੇਕਰ M3 ਮਨੀ ਸਪਲਾਈ ਤੀਜੀ ਕੱਢਣੀ ਹੋਵੇ ਤਾਂ ਕੀ ਆਊਗੀ, ਮਨੀ ਸਪਲਾਈ ਸੈਕਿੰਡ ਦੇ ਵਿੱਚ ਐਡ ਕਰ ਲੈਣਾ ਨੈਟ ਟਾਈਮ ਡਿਪੋਜ਼ਿਟ ਆਫ ਟੂ ਦੀਆਂ ਬੈਂਕਸ। ਵੀ ਜਿਹੜਾ FD ਅਸੀਂ ਜਮ੍ਹਾਂ ਕਰਾਉਂਦੇ ਆ ਬੈਂਕਾਂ ਦੇ ਕੋਲ ਉਹ ਵੀ ਇਹਦੇ ਵਿੱਚ ਐਡ ਕਰ ਲੈਣੀ ਆ। ਅਤੇ ਲਾਸਟ ਵਾਲੀ ਮਨੀ ਸਪਲਾਈ ਦੇ ਵਿੱਚ M3 ਪਲੱਸ ਆਲ ਟਾਈਪਸ ਆਫ ਡਿਪੋਜ਼ਿਟ ਵਿਦ ਦੀ ਪੋਸਟ ਆਫਿਸ। ਜਿਹੜਾ ਪੋਸਟ ਆਫਿਸ ਵਿੱਚ ਜਿਸ ਮਰਜ਼ੀ ਤਰ੍ਹਾਂ ਦੇ ਜਿਹੜੇ ਪੈਸੇ ਨੇ, ਚਾਹੇ ਉਹ ਛੋਟੇ ਸਮੇਂ ਲਈ ਚਾਹੇ ਵੱਧ ਸਮੇਂ ਲਈ ਜਮ੍ਹਾਂ ਕਰਾਏ ਹੋਏ ਨੇ, ਤਾਂ ਉਹ ਸਾਰੇ ਐਡ ਕਰ ਲੈਣੇ ਆ। ਬਟ ਇੱਕ ਚੀਜ਼ ਕੰਡੀਸ਼ਨ ਰੱਖੀ ਹੋਈ ਆ ਵੀ ਨੈਸ਼ਨਲ ਸੇਵਿੰਗ ਸਰਟੀਫਿਕੇਟ ਨੂੰ ਇਹਦੇ ਵਿੱਚੋਂ ਬਾਹਰ ਰੱਖਿਆ ਜਾਊਗਾ। ਵੀ ਜਿਹੜੇ ਇੱਕ ਤਰ੍ਹਾਂ ਦੇ ਸੇਵਿੰਗ ਦੇ ਵਿੱਚ ਪੈਸਾ ਲਾਇਆ ਹੋਊ, ਜਿਹੜਾ ਗੌਰਮੈਂਟ ਇੱਕ ਸਰਟੀਫਿਕੇਟ ਦਿੱਤਾ ਹੋਊ, ਤਾਂ ਉਹਨੂੰ ਇਹਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਦੇਖੋ ਹੁਣ ਕੀ ਲਿਖਿਆ, ਆਊਟ ਆਫ ਦੀਜ਼ 4 ਮੇਜਰਸ ਆਫ ਦੀ ਮਨੀ ਸਪਲਾਈ M1 ਹੈਜ਼ ਟੂ ਬੀ ਅ ਗ੍ਰੇਟਰ ਡਿਗਰੀ ਆਫ ਲਿਕੁਇਡਿਟੀ। ਵੀ ਜਿਹੜਾ M1 ਆ ਉਹਦੇ ਵਿੱਚ ਕੀ ਆ, ਪੈਸਾ ਜਿਹੜਾ ਲਿਕੁਇਡ ਫਾਰਮ ਦੇ ਵਿੱਚ ਯਾਨੀ ਕਿ ਕਰੰਸੀ ਦੇ ਫਾਰਮ ਦੇ ਵਿੱਚ ਜ਼ਿਆਦਾ ਮਿਲੇਗਾ। ਬਟ ਅਦਰ ਦੈਨ ਟੂ ਦੀ ਲਿਕੁਇਡਿਟੀ ਇਨ ਦੀ ਡਿਕਰੀਜ਼ਿੰਗ ਆਰਡਰ ਆਫ ਟੂ ਦੀ M4 ਇਜ਼ ਦੀ ਲੋਐਸਟ ਡਿਗਰੀ ਆਫ ਕੁਆਂਟਿਟੀ। ਤਾਂ ਪਰ ਇਹਦੇ ਵਿੱਚ ਕੀ ਆ ਵੀ ਜਿਹੜਾ ਚੌਥੀ ਆ M4 ਆ ਉਹਦੇ ਵਿੱਚ ਕੀ ਆ, ਪੈਸੇ ਦੀ ਮਾਤਰਾ ਜਿਹੜੀ ਉਹ ਘੱਟ ਹੋ ਜੂਗੀ, ਯਾਨੀ ਕਿ ਪੇਪਰ ਮਨੀ ਜ਼ਿਆਦਾ ਚੱਲੇਗੀ। 11th ਕੁਐਸਚਨ ਹੈ, ਵਟ ਇਜ਼ ਬਜਟ ਐਂਡ ਦੀ ਮੇਨ ਕੰਪੋਨੈਂਟਸ ਆਫ ਦੀ ਇਨਕਮ ਐਂਡ ਐਕਸਪੈਂਡੀਚਰ ਆਫ ਦੀ ਬਜਟ ਆਫ ਗੌਰਮੈਂਟ ਆਫ ਇੰਡੀਆ। ਵੀ ਇੱਕ ਤੁਸੀਂ ਦੱਸਣਾ ਵੀ ਬਜਟ ਕੀ ਹੁੰਦਾ ਵਾ ਅਤੇ ਇਹਦੇ ਗੌਰਮੈਂਟ ਦੇ ਕੀ ਨੇ ਆਮਦਨ ਅਤੇ ਖਰਚਿਆਂ ਦੇ ਸਾਧਨ ਉਹ ਦੱਸਣੇ ਆ। ਆਂਸਰ ਹੈ ਬਜਟ ਇਜ਼ ਅ ਸਟੇਟਮੈਂਟ ਇਜ਼ ਐਕਸਪੈਕਟ ਦੀਆਂ income and expected expenditure of to the government. The economic gives to the financial years when the government lies taxes and occurs the public expenditure. It is leads to the presumes of the budget. Thus the ਗੌਰਮੈਂਟ ਬਜਟ ਇਜ਼ ਸੌਟ ਆਫ ਟੂ ਦੀ ਫਾਈਨੈਂਸ਼ੀਅਲ ਪਲਾਨ ਵਿੱਚ। ਕਹਿੰਦੇ ਬਜਟ ਕੀ ਹੁੰਦਾ ਵਾ, ਇਹਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਵੀ ਸਾਡੀ ਇੰਨੀ ਇਨਕਮ ਹੋਊਗੀ ਅਤੇ ਇੰਨਾ ਖਰਚਾ ਹੋਊਗਾ ਗੌਰਮੈਂਟ ਦਾ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ। ਉਹ ਦੇਖਦੇ ਆ ਵੀ ਅਸੀਂ ਕਿੰਨਾ ਟੈਕਸ ਉਹਨਾਂ ਉੱਤੇ ਲਗਾਉਣਾ ਵਾ ਅਤੇ ਕਿੰਨਾ ਗੌਰਮੈਂਟ ਜਿਹੜਾ ਪਬਲਿਕ ਦੇ ਲਈ ਖਰਚਾ ਕਰਨਾ ਵਾ ਉਹ ਸਾਰੇ ਇਸ ਬਜਟ ਦੇ ਵਿੱਚ ਦੱਸਿਆ ਜਾਂਦਾ ਵਾ ਅਤੇ ਇਹਦੇ ਵਿੱਚ ਡਿਸਕਸ ਕੀਤੀ ਜਾਂਦੀ ਆ। ਇੰਕਲੂਡਿੰਗ ਇਟਸੈਲਫ ਬੋਥ ਆਫ ਇਨਕਮ ਐਂਡ ਐਕਸਪੈਂਡੀਚਰ। ਅਸੀਂ ਇਹਦੇ ਵਿੱਚ ਦੋ ਹੀ ਆਮਦਨ ਅਤੇ ਖਰਚੇ ਦੋਨੇ ਦੇਖਦੇ ਹਾਂ। ਟ੍ਰਡੀਸ਼ਨਲੀ ਦੀ ਬਜਟ is proceeds on to the once in the year of the by the government. The government of India promised to present to the budget of the Lok Sabha on 28 February of every year। ਆਉਣਾ ਸੀ ਇੱਥੇ ਵੀ ਹਰੇਕ ਸਾਲ ਦੀ 28 ਫਰਵਰੀ ਨੂੰ ਕੀ ਆ ਵੀ ਜਿਹੜੀ ਗੌਰਮੈਂਟ ਆਫ ਇੰਡੀਆ ਹੁੰਦੀ ਆ ਉਹ ਲੋਕ ਸਭਾ ਦੇ ਵਿੱਚ ਆਪਣਾ ਬਜਟ ਪੇਸ਼ ਕਰਦੀ ਆ। ਦੀਆਂ ਮੇਨ ਆਈਟਮ ਆਫ ਦੀ ਬਜਟ ਆਫ ਦੀ ਗੌਰਮੈਂਟ ਆਫ ਦੀ ਇੰਡੀਆ ਇਜ਼ ਫੋਲੋਇੰਗ। ਵੀ ਜਿਹੜੇ ਬਜਟ ਦੇ ਵਿੱਚ ਜਿਹੜੀਆਂ ਮੇਨ ਚੀਜ਼ਾਂ ਲਈਆਂ ਜਾਂਦੀਆਂ ਨੇ ਉਹ ਹੇਠ ਲਿਖੀਆਂ ਨੇ। ਦੇਖੋ ਆਈਟਮ ਆਫ ਰੈਵਨਿਊ, ਵੀ ਜਿਹੜੇ ਆਮਦਨ ਦੇ ਰਿਸੋਰਸਿਸ ਨੇ ਉਹ ਕਿਹੜੇ ਨੇ,
ਕੋਆਪਰੇਟਿਵ ਟੈਕਸ ਆ, ਇਨਕਮ ਟੈਕਸ ਆ, ਇੰਪੋਰਟ ਐਕਸਪੋਰਟ ਡਿਊਟੀਜ਼ ਨੇ, ਸੈਂਟਰਲ ਐਕਸਾਈਜ਼ ਆ, ਸੈਂਟਰਲ ਸੇਲਸ ਟੈਕਸ ਆ, ਪ੍ਰੋਫਿਟ ਟੈਕਸ ਆ, ਐਕਸੈਕਟਰਾ। ਇਹ ਮੇਨ ਰਿਸੋਰਸ ਨੇ ਇਨਕਮ ਦੇ। ਨੈਕਸਟ ਹੈਗਾ ਮੇਨ ਰਿਸੋਰਸ ਆਫ ਐਕਸਪੈਂਡੀਚਰ। ਐਕਸਪੈਂਡੀਚਰ ਦੇ ਕਿਹੜੇ ਨੇ? ਸਿਕਿਉਰਿਟੀ, ਪਬਲਿਕ ਐਡਮਿਨਿਸਟ੍ਰੇਸ਼ਨ, ਐਜੂਕੇਸ਼ਨਸ, ਹੈਲਥ, ਸੋਸ਼ਲ ਵੈਲਫੇਅਰ, ਇੰਡਸਟਰੀ, ਐਗਰੀਕਲਚਰ, ਪਲੈਨਿੰਗ, ਰੂਰਲ ਡਿਵੈਲਪਮੈਂਟ ਐਕਸੈਕਟਰਾ। ਇਹ ਮੇਨ ਰਿਸੋਰਸ ਹੀ ਨੇ ਉਹ ਐਕਸਪੈਂਡੀਚਰ ਖਰਚੇ ਦੇ ਲਈ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਇਜ਼ ਡਿਫਾਈਨ ਟੂ ਦੀ ਡੈਫੀਸਿਟ ਫਾਈਨੈਂਸਿੰਗ, ਵਟ ਇਜ਼ ਦੀ ਮੈਥਡ ਆਫ ਇੰਕਲੂਡਿੰਗ ਇਟ। ਵੀ ਡੈਫੀਸਿਟ ਫਾਈਨੈਂਸਿੰਗ ਕੀ ਹੁੰਦੀ ਆ ਅਤੇ ਇਹਦੇ ਵਿੱਚ ਕਿਹੜੇ ਮੈਥਡ ਕੀਤੇ ਜਾਂਦੇ ਆ। ਡੈਫੀਸਿਟ ਫਾਈਨੈਂਸਿੰਗ ਜਿਹੜੀ ਹੁੰਦੀ ਆ ਉਹ ਗੌਰਮੈਂਟ ਕਰਦੀ ਆ ਤਾਂ ਜੋ ਕੀ ਆ ਉਹ ਆਪਣੇ ਖਰਚਿਆਂ ਨੂੰ ਬਰਾਬਰ ਕਰ ਸਕੇ। ਡੈਫੀਸਿਟ ਫਾਈਨੈਂਸਿੰਗ ਇਜ਼ ਮੈਥਡ ਬਾਈ ਵਿਚ ਦੀ ਗੌਰਮੈਂਟ ਬੀਟਸ ਇਜ਼ ਦੀ ਬਜਟਰੀ ਡੈਫੀਸਿਟ ਬਾਈ ਟੇਕਨ ਦੀ ਲੋਨ ਆਫ ਟੂ ਦੀ ਸੈਂਟਰਲ ਗੌਰਮੈਂਟ। ਵੀ ਗੌਰਮੈਂਟ ਕੀ ਕਰਦੀ ਆ ਵੀ ਉਹ ਆਪਣੇ ਖਰਚਿਆਂ ਨੂੰ ਪੂਰਾ ਨਹੀਂ ਕਰ ਪਾਉਂਦੀ ਤਾਂ ਉਹ RBI ਤੋਂ ਲੋਨ ਲੈ ਲੈਂਦੀ ਆ ਤਾਂ ਜੋ ਕੀ ਆ ਆਪਣੇ ਖਰਚਿਆਂ ਨੂੰ ਪੂਰਾ ਕਰ ਸਕੇ। ਡਾਕਟਰ BR Rao has defined the deficit financing, the financing of to the deliberately created the gap between to the public revenue and public expenditure. The method of to the financing resort of to the following borrowings of the types of result is in the net addition of to the national outlet aggregate ਐਕਸਪੈਂਡੀਚਰ। ਵੀ ਡੈਫੀਸਿਟ ਫਾਈਨੈਂਸਿੰਗ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ ਵੀ ਜਿਹੜੇ ਪਬਲਿਕ ਜਿੰਨੀ ਆਮਦਨ ਹੋਈ ਅਤੇ ਪਬਲਿਕ ਦਾ ਜਿੰਨਾ ਖਰਚਾ ਹੋਇਆ ਉਸ ਚੀਜ਼ ਦਾ ਗੈਪ ਨੂੰ ਜਿਹੜਾ ਇਹਦੇ ਵਿੱਚ ਪੜ੍ਹਿਆ ਜਾਂਦਾ ਵਾ ਵੀ ਜਿੰਨਾ ਜ਼ਿਆਦਾ ਗੈਪ ਕ੍ਰੀਏਟ ਹੋਏਗਾ ਤਾਂ ਸਾਨੂੰ ਉਸ ਨੂੰ ਕਵਰ ਕਰਨ ਦੇ ਲਈ ਹੋਰ ਚੀਜ਼ਾਂ ਵੀ ਚਾਹੀਦੀਆਂ ਹੋਣਗੀਆਂ। ਨੈਕਸਟ ਹੈਗਾ 3 ਇੰਪੋਰਟੈਂਟ ਟੈਕਨੀਕਸ ਥਰੂ ਟੂ ਦੀ ਵਿਚ ਦੀ ਗੌਰਮੈਂਟਸ ਮੇ ਬੀ ਆ ਫਾਈਨਲ ਇਟਸ ਬਜਟ ਡੈਫੀਸਿਟ। ਵੀ ਮੇਨ ਚੀਜ਼ਾਂ ਜਿਹੜੀਆਂ ਨੇ ਉਹ 3 ਚੀਜ਼ਾਂ ਇਨਕਲੂਡ ਕਰਦੇ ਆ ਤਾਂ ਜੋ ਕੀ ਉਹ ਆਪਣੇ ਘਾਟੇ ਨੂੰ ਘਟਾ ਸਕਣ। ਫਸਟ ਹੈਗਾ ਬੋਰਿੰਗ ਫਰੋਮ ਟੂ ਦੀ ਸੈਂਟਰਲ ਬੈਂਕ ਲੋਨ ਕ੍ਰੀਏਟਡ ਬਾਈ ਦੀ ਨਿਊ ਮਨੀ। ਬੈਂਕ ਕੀ ਜਿਹੜੀ ਗੌਰਮੈਂਟ ਆ ਉਹ ਲੋਨ ਲੈਂਦੀ ਆ ਕਮਰਸ਼ੀਅਲ ਬੈਂਕਸ ਤੋਂ ਜਾਂ ਸੈਂਟਰਲ ਬੈਂਕ ਤੋਂ ਵੀ ਤਾਂ ਜੋ ਕੀ ਆ ਵੀ ਉਹ ਨਵੀਂ ਕਰੰਸੀ ਹੋਰ ਪ੍ਰਿੰਟ ਕਰ ਸਕੇ ਜਿਵੇਂ ਸਾਡੇ 2000 ਦੇ ਨੋਟ ਪ੍ਰਿੰਟ ਹੋਏ ਸੀ। ਸੈਕਿੰਡ ਹੈਗਾ ਰਨਿੰਗ ਡਾਊਨ ਟੂ ਦੀ ਐਕੂਮੂਲੇਟਿਡ ਕੈਸ਼ ਬੈਲੈਂਸ। ਉਹ ਕੈਸ਼ ਬੈਲੈਂਸ ਨੂੰ ਕੀ ਘਟਾ ਦਿੰਦੀ ਆ ਵੀ ਜਿਹੜਾ ਬੈਂਕਾਂ ਕੋਲ ਪੈਸਾ ਜ਼ਿਆਦਾ ਜਮ੍ਹਾਂ ਹੁੰਦਾ ਉਹਨੂੰ ਘਟਾ ਦਿੰਦੀ ਆ ਅਤੇ ਉਹ ਕੈਸ਼ ਆਪਣੇ ਕੋਲ ਰੱਖ ਲੈਂਦੀ ਆ। ਗੌਰਮੈਂਟ ਇਸ਼ੂਜ਼ ਨਿਊ ਕਰੰਸੀ। ਵੀ ਗੌਰਮੈਂਟ ਕੀ ਕਰਦੀ ਆ ਨਵੀਂ ਕਰੰਸੀ ਵੀ ਇਸ਼ੂ ਕਰ ਸਕਦੀ ਆ। ਓਬਵੀਅਸਲੀ ਦੀ 3 ਮੈਥਡ ਲੀਡ ਟੂ ਇਨਕਰੀਜ਼ ਦੀ ਸਪਲਾਈ ਆਫ ਮਨੀ। ਦੀ ਇਨਕਰੀਜ਼ ਆਫ ਸਪਲਾਈ ਮਨੀ ਨਾਰਮਲੀ ਕਾਜ਼ ਟੂ ਦੀ ਰਾਈਜ਼ ਪ੍ਰਾਈਜ਼ ਟੂ ਰਾਈਜ਼ in India the major part of to the budgetary deficit enhanced to through to the borrowings of to the central bank। ਜ਼ਿਆਦਾਤਰ ਵੀ ਜਿਹੜੀ ਡੈਫੀਸਿਟ ਫਾਈਨੈਂਸਿੰਗ ਕੀ ਕਰਦੀ ਆ ਮਨੀ ਸਪਲਾਈ ਨੂੰ ਇਨਕਰੀਜ਼ ਜ਼ਰੂਰ ਕਰ ਦਿੰਦੀ ਆ ਅਤੇ ਇਹਦੇ ਨਾਲ ਕੀ ਹੁੰਦਾ ਵੀ ਜਿਹੜਾ ਸਾਡੇ ਪ੍ਰਾਈਸਿਸ ਦੇ ਵਿੱਚ ਵੀ ਵਾਧਾ ਹੋ ਜਾਂਦਾ ਵਾ ਤਾਂ ਕਰਕੇ ਜਿਹੜਾ ਬਜਟ ਫਾਈਨੈਂਸਿੰਗ ਆ ਉਹਨੂੰ ਪੂਰਾ ਕਰਨ ਦੇ ਲਈ ਜ਼ਿਆਦਾਤਰ ਜਿਹੜੀ ਗੌਰਮੈਂਟ ਆ ਉਹ ਕੀ ਕਰਦੀ ਆ ਸੈਂਟਰਲ ਬੈਂਕ ਤੋਂ ਲੋਨ ਲੈ ਲੈਂਦੀ ਆ। ਇਹ ਸੀ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਇਹ ਕੁਐਸਚਨ ਆਨਸਰ ਡਿਸਕਸ ਕੀਤੇ। ਆਈ ਹੋਪ ਤੁਹਾਨੂੰ ਇਹ ਬਹੁਤ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਮੇਰੇ ਸੈਸ਼ਨ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਵੰਸ ਅਗੇਨ ਆਈ ਥੈਂਕਸ ਫॉर ਟੂ ਆਲ ਮਾਈ ਸਬਸਕ੍ਰਾਈਬਰ ਵਿਚ ਹੈਜ਼ ਬੀਨ ਹੈਲਪਿੰਗ ਟੂ ਮੀ ਅਚੀਵ ਦੇਅਰ 1000 subscriber। And I will also be give full description about to my YouTube channel. I will uploading to the complete videos related to the 6th to 10th class whole subjects, and also be including the syllabus +1 +2 commerce syllabus. I will uploading their videos on my YouTube channel. Thanks a lot watching for my session and please share this session. Thanks a lot.